Students, in today's topic, we'll do types of computers, which is on page number 12 of the book. So, first of all, computer are sophisticated devices capable of performing huge variety of tasks. Thus, many different types of computers make it possible to perform huge variety of tasks. ਸੋ ਕੰਪਿਊਟਰ ਜਿਹੜੇ ਹੈਗੇ ਆ ਬੇਟੇ ਉਹ ਬਹੁਤ ਹੀ ਜ਼ਿਆਦਾ ਵੈਰਾਈਟੀਜ਼ ਦੇ ਕੰਮ ਜਿਹੜੇ ਆ ਕਰ ਸਕਦੇ, ਮਤਲਬ ਕਾਫੀ ਤਰ੍ਹਾਂ ਦੇ ਕੰਮ ਇਹਨਾਂ ਤੋਂ ਕਰਵਾਏ ਜਾ ਸਕਦੇ ਆ। ਅਤੇ ਇਹਨਾਂ ਕੰਮਾਂ ਦੇ ਆਧਾਰ 'ਤੇ ਹੀ ਇਹਨਾਂ ਨੇ ਕੀ ਕੀਤਾ, ਇਹਨਾਂ ਨੂੰ ਕੰਪਿਊਟਰਸ ਨੂੰ ਵੱਖਰੇ ਵੱਖਰੇ ਟਾਈਪਸ ਵਿੱਚ ਵੰਡਿਆ। ਜਿਹੜਾ ਪਹਿਲਾ ਟਾਈਪ ਹੈਗੀ ਆ ਦੈਟ ਇਜ਼ ਕਾਲਡ ਪਰਪਸ ਵਾਈਜ਼। ਠੀਕ ਆ, ਮਤਲਬ ਕਿ ਉਸ ਜਿਹੜਾ ਪਰਟੀਕੂਲਰ ਕੰਪਿਊਟਰ ਆ ਉਹਦਾ ਪਰਪਸ ਕੀ ਆ, ਉਹਦਾ ਮੇਨ ਕੰਮ ਕੀ ਆ। ਠੀਕ ਹੈ ਜੀ। ਸੋ ਪਰਪਸ ਵਾਈਜ਼ ਦੇ ਵਿੱਚ ਅੱਗੇ ਦੋ ਸਬ ਕੈਟਾਗਰੀਜ਼ ਬਣੀਆਂ। ਪਹਿਲਾ ਹੈਗੀ ਆ ਸਪੈਸ਼ਲ ਪਰਪਸ ਕੰਪਿਊਟਰਸ ਅਤੇ ਦੂਜੀ ਹੈਗੀ ਜਨਰਲ ਪਰਪਸ ਕੰਪਿਊਟਰ। ਹੁਣ ਤੁਸੀਂ ਇਹਦੇ ਮਤਲਬ ਕਿ ਜਿਹੜਾ ਨਾਮ ਆ ਉਹ ਤੋਂ ਹੀ ਤੁਹਾਨੂੰ ਪਤਾ ਚੱਲਦਾ ਹੋਣਾ। ਸਪੈਸ਼ਲ ਪਰਪਸ ਮਤਲਬ ਜਿਹੜਾ ਕੋਈ ਸਪੈਸ਼ਲ ਕੰਮ ਜਿੱਤੋਂ ਕਰਵਾਉਣਾ ਹੋਵੇ। ਠੀਕ ਆ, ਕੋਈ ਸਪੈਸੀਫਿਕ ਟਾਸਕ ਜਿੱਤੋਂ ਪਰਫੋਰਮ ਕਰਵਾਉਣੀ ਹੋਵੇ ਉਹਨੂੰ ਅਸੀਂ ਸਪੈਸ਼ਲ ਪਰਪਸ ਕੰਪਿਊਟਰ ਬੋਲਦੇ ਹਾਂ। ਐਂਡ ਇਹਦੇ ਵਿੱਚ ਖਾਸ ਗੱਲ ਕੀ ਹੁੰਦੀ ਹੈ ਬੇਟੇ, ਜਿਹੜੀਆਂ ਇੰਸਟਰਕਸ਼ਨਸ ਮਤਲਬ ਪ੍ਰੋਗਰਾਮਸ ਜਾਂ ਕਹਿ ਲਓ ਸੋਫਟਵੇਅਰ। ਠੀਕ ਆ, ਇਹ ਜਿਹੜੇ ਸੋਫਟਵੇਅਰ ਹੈਗੇ ਜਾਂ ਪ੍ਰੋਗਰਾਮਸ ਹੈਗੇ ਆ ਇਹ ਪਰਮਾਨੈਂਟਲੀ ਉਸ ਮਸ਼ੀਨ 'ਤੇ ਸਟੋਰ ਹੁੰਦੇ ਆ। ਠੀਕ ਹੈ, ਅਤੇ ਇਸ ਕਰਕੇ ਇਹਨਾਂ ਤੋਂ ਬਹੁਤ ਜ਼ਿਆਦਾ ਵੱਖਰੇ ਵੱਖਰੇ ਕੰਮ ਨਹੀਂ ਕਰਾਏ ਜਾ ਸਕਦੇ। ਜਿਹੜੇ ਪਰਟੀਕੂਲਰ ਇਹਨਾਂ 'ਤੇ ਉਹ ਸੋਫਟਵੇਅਰ ਹੁੰਦੇ ਆ ਉਹੀ ਕੰਮ ਕਰਾਏ ਜਾ ਸਕਦੇ ਆ। ਇਹਨਾਂ 'ਚ ਆਪਾਂ ਨਾ ਹੀ ਉਹਨਾਂ ਨੂੰ ਡਿਲੀਟ ਕਰ ਸਕਦੇ, ਨਾ ਉਹਨਾਂ ਨੂੰ ਜ਼ਿਆਦਾ ਮੋਡੀਫਾਈ ਕੀਤਾ ਜਾ ਸਕਦਾ। ਠੀਕ ਆ, ਇੱਕ ਪਰਟੀਕੂਲਰ ਤਰ੍ਹਾਂ ਦੇ ਹੀ ਸੋਫਟਵੇਅਰ 'ਤੇ ਇੰਸਟਾਲ ਕੀਤੇ ਜਾ ਸਕਦੇ ਅਤੇ ਉਹੀ ਕੰਮ ਇਹਨਾਂ ਤੋਂ ਹੀ ਕਰਾਏ ਜਾ ਸਕਦੇ ਆ। ਉਹਨੂੰ ਆਪਾਂ ਕਹਿੰਦੇ ਹਾਂ ਸਪੈਸ਼ਲ ਪਰਪਸ ਕੰਪਿਊਟਰਸ। ਜਨਰਲ ਪਰਪਸ ਕੰਪਿਊਟਰ ਮਤਲਬ ਜਿਨ੍ਹਾਂ ਤੋਂ ਆਪਾਂ ਕੋਈ ਜਨਰਲ ਕੰਮ ਕਰਾ ਸਕਦੇ ਹਾਂ। ਜਨਰਲ ਮਤਲਬ ਜਿਹੜੇ ਆਮ ਖਾਸ ਕੰਮ ਜਿਹੜੇ ਕਰਾਏ ਜਾ ਸਕਦੇ ਆ। ਠੀਕ ਹੈ ਜੀ। ਨਾਓ ਜਨਰਲ ਪਰਪਸ ਕੰਪਿਊਟਰ ਇਜ਼ the one that can work on different type of programs input to it and thus be used in countless applications। means to say ਕਿ ਇਹਦੇ ਤੋਂ ਅਸੀਂ ਵੱਖਰੇ ਵੱਖਰੇ ਤਰ੍ਹਾਂ ਦੇ ਪ੍ਰੋਗਰਾਮਸ ਜਿਹੜੇ ਇਹਨੂੰ ਇਨਪੁਟ ਕਰਵਾ ਸਕਦੇ ਹਾਂ। ਮਤਲਬ ਇਹਦੇ 'ਚ ਵੱਖਰੇ ਵੱਖਰੇ ਸੋਫਟਵੇਅਰ ਜਿਹੜੇ ਆ ਉਹ ਇਹਦੇ ਵਿੱਚ ਪਾਏ ਜਾ ਸਕਦੇ ਆ। ਇਸ ਕਰਕੇ ਜਿਹੜੀਆਂ ਇਹਦੀਆਂ ਐਪਲੀਕੇਸ਼ਨਸ ਆ ਮਤਲਬ ਜਿੱਥੇ ਜਿੱਥੇ ਇਹਨੂੰ ਵਰਤਿਆ ਜਾ ਸਕਦਾ ਇਹਦੀਆਂ ਜਿਹੜੀਆਂ ਐਪਲੀਕੇਸ਼ਨਸ ਆ ਉਹ ਬਹੁਤ ਹੀ ਵੱਖਰੀਆਂ ਮਤਲਬ ਬੜੀਆਂ ਜਗ੍ਹਾ 'ਤੇ ਇਹਨੂੰ ਵਰਤਿਆ ਜਾ ਸਕਦਾ। ਜਿੱਦਾਂ ਕਿ ਜਿਹੜਾ ਜਨਰਲ ਪਰਪਸ ਕੰਪਿਊਟਰ ਆ ਉਹਨੂੰ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਵਰਤ ਸਕਦੇ ਹਾਂ। ਜਿਵੇਂ ਤੁਸੀਂ ਲੈਪਟਾਪ ਜਾਂ ਡੈਸਕਟਾਪ ਰੱਖਦੇ ਆ ਉਹਨੂੰ ਜਨਰਲ ਪਰਪਸ ਕੰਪਿਊਟਰ ਕਿਹਾ ਜਾਂਦਾ ਹੈ। ਠੀਕ ਆ, ਜਾਂ ਅਸੀਂ ਉਹਨੂੰ ਦੁਕਾਨਾਂ 'ਤੇ ਵੀ ਰੱਖ ਸਕਦੇ ਹਾਂ। ਸ਼ੋਪਸ 'ਤੇ ਤੁਸੀਂ ਦੇਖਿਆ ਹੋਊਗਾ ਉਹਨਾਂ ਨੇ ਕਈਆਂ ਨੇ ਕੰਪਿਊਟਰ ਰੱਖੇ ਹੁੰਦੇ ਆਪਣੇ। ਠੀਕ ਹੈ, ਜਾਂ ਮੈਡੀਕਲ ਸਟੋਰ 'ਤੇ ਵੀ ਰੱਖ ਸਕਦੇ ਹਾਂ ਜਾਂ ਬੈਂਕਸ ਵਿੱਚ ਵੀ ਰੱਖ ਸਕਦੇ ਹਾਂ। ਠੀਕ ਹੈ, ਇਹ ਸਾਰੇ ਜਿਹੜੇ ਹੈਗੇ ਆ ਜਨਰਲ ਪਰਪਸ ਕੰਪਿਊਟਰ ਹੁੰਦੇ ਜਿਹੜੇ ਜਨਰਲੀ ਆਪਾਂ ਤਕਰੀਬਨ ਹਰ ਆਫਿਸ ਸਕੂਲ ਠੀਕ ਹੈ ਜਾਂ ਆਪਾਂ ਆਪਣੇ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ। ਇਹ ਹੋ ਗਏ ਇੱਕ ਤਰ੍ਹਾਂ ਦੀ ਕੈਟਾਗਰੀ ਜਿਹੜੀ ਸੀਗੀ ਪਰਪਸ ਵਾਈਜ਼, ਮਤਲਬ ਕਿ ਜਿੱਤੋਂ ਆਪਾਂ ਕਿੱਦਾਂ ਦਾ ਕੰਮ ਲੈਣਾ ਹੈ। ਸੈਕਿੰਡ ਟਾਈਪ ਆ ਗਿਆ ਜੀ ਓਪਰੇਸ਼ਨ ਵਾਈਜ਼। ਠੀਕ ਹੈ ਜੀ, ਓਪਰੇਸ਼ਨ ਵਾਈਜ਼ ਮੀਨਸ ਇਹਦੇ ਤਿੰਨ ਅੱਗੇ ਸਬ ਕੈਟਾਗਰੀਜ਼ ਆ ਗਈਆਂ। ਠੀਕ ਹੈ, ਫਸਟ ਇਜ਼ ਐਨਾਲੌਗ, ਸੈਕਿੰਡ ਇਜ਼ ਡਿਜੀਟਲ ਐਂਡ ਥਰਡ ਇਜ਼ ਹਾਈਬ੍ਰਿਡ। ਐਨਾਲੌਗ ਦਾ ਮਤਲਬ ਹੈਗਾ ਆ ਥੀਸ ਕੰਪਿਊਟਰਸ ਵਰਕ ਵਿਦ ਕੰਟੀਨਿਊਅਸ ਫਿਜ਼ੀਕਲ ਕੁਆਂਟੀਟੀਜ਼। ਜਿੱਦਾਂ ਦੀ ਕਿਹੜੀਆਂ ਫਿਜ਼ੀਕਲ ਕੁਆਂਟੀਟੀਜ਼ ਦੇ ਨਾਲ ਕੰਮ ਕਰਦੇ ਆ। ਫੋਰ ਐਗਜ਼ਾਮਪਲ ਵੋਲਟੇਜ, ਕਰੰਟ ਜਾਂ ਟੈਂਪਰੇਚਰ। ਇਸ ਤਰ੍ਹਾਂ ਦੀਆਂ ਜਿਹੜੀ ਫਿਜ਼ੀਕਲ ਕੁਆਂਟੀਟੀਜ਼ ਹੁੰਦੀਆਂ ਜਿਹਨਾਂ ਨੂੰ ਸਾਨੂੰ ਮੇਜਰ ਕਰਨਾ ਪੈਂਦਾ ਹੈ ਉੱਦਾਂ ਦੀਆਂ ਜਿਹੜੀਆਂ ਕੁਆਂਟੀਟੀਜ਼ ਆ ਉਹਨਾਂ ਨਾਲ ਜਿਹੜੇ ਵੀ ਕੰਪਿਊਟਰ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਐਨਾਲੌਗ ਕੰਪਿਊਟਰ ਕਹਿੰਦੇ ਆ। ਠੀਕ ਆ, ਹੁਣ ਇਸ ਵਿੱਚ ਕੀ ਹੈਗਾ ਬੇਟਾ, ਇਹਨਾਂ ਦੀ ਜਿਹੜੀ ਐਕੂਰੇਸੀ ਆ ਇਹ ਬਹੁਤ ਪੂਅਰ ਹੁੰਦੀ ਹੈ। ਐਕੂਰੇਸੀ ਇਜ਼ ਪੂਅਰ ਐਜ਼ ਕੰਪੇਅਰ ਟੂ ਡਿਜੀਟਲ ਕਾਊਂਟਰ ਪਾਰਟਸ। ਮਤਲਬ ਜਿਹੜੇ ਡਿਜੀਟਲ ਕੰਪਿਊਟਰ ਆ ਉਹਨਾਂ ਨਾਲੋਂ ਐਨਾਲੌਗ ਕੰਪਿਊਟਰਸ ਦੀ ਜਿਹੜੀ ਐਕੂਰੇਸੀ ਆ ਉਹ ਘੱਟ ਹੁੰਦੀ ਆ। ਠੀਕ ਹੈ, ਅਤੇ ਇਹਨਾਂ ਦੀ ਜਿਹੜੀ ਯੂਜ਼ ਦੀ ਆਪਾਂ ਅਗਰ ਗੱਲ ਕਰੀਏ ਤਾਂ ਇਹਨੂੰ ਇੰਜੀਨੀਅਰਿੰਗ ਅਤੇ ਸਾਇੰਟੀਫਿਕ ਐਪਲੀਕੇਸ਼ਨਸ ਵਾਸਤੇ ਹੀ ਜ਼ਿਆਦਾਤਰ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ, ਇਹਦੀ ਐਗਜ਼ਾਮਪਲ ਇਹਨਾਂ ਦਿੱਤੀ ਹੋਈ ਆ ਇਲੈਕਟ੍ਰੋਨਿਕ ਵੇਇੰਗ ਸਕੇਲ। ਜਿਹੜਾ ਕਹਿ ਲਓ ਇਲੈਕਟ੍ਰੋਨਿਕ ਕੰਡਾ ਤੁਸੀਂ ਦੇਖਿਆ ਹੋਣਾ ਦੁਕਾਨਾਂ 'ਤੇ, ਜ਼ਿਆਦਾਤਰ ਕਰਿਆਨੇ ਦੀ ਦੁਕਾਨਾਂ 'ਤੇ ਤੁਸੀਂ ਅਗਰ ਕਿਤੇ ਦੇਖਿਆ ਹੋਊਗਾ ਉੱਥੇ ਹੀ ਹੁੰਦਾ ਜ਼ਿਆਦਾਤਰ ਕਿ ਜਦੋਂ ਤੁਸੀਂ ਉਹ ਮੇਜਰ ਕਰਦੇ ਆ ਤੁਸੀਂ ਕਹਿੰਦੇ ਵੀ 1 ਕਿਲੋ ਦਾਲ ਦੇ ਦਿਓ ਜਾਂ ਜੋ ਵੀ ਹੈ ਨਾ, ਜੋ ਵੀ ਤੁਸੀਂ ਸਮਾਨ ਲੈਂਦੇ ਆ ਤਾਂ ਉਹਦੇ ਵਿੱਚ ਉਹਨਾਂ ਨੇ ਉੱਥੇ ਇਲੈਕਟ੍ਰੋਨਿਕਲ ਇੱਕ ਡਿਜੀਟਲ ਕੰਡਾ ਪਿਆ ਹੁੰਦਾ ਉਹਨਾਂ ਕੋਲ, ਉਹਨੂੰ ਅਸੀਂ ਕਹਿੰਦੇ ਆ
ਐਨਾਲੌਗ ਕੰਪਿਊਟਰ ਦੀ ਉਹ ਇੱਕ ਐਗਜ਼ਾਮਪਲ ਆ। ਠੀਕ ਹੈ, ਇਹਦੇ ਵਿੱਚ ਆਪਾਂ ਲਿਮਿਟਿਡ ਇਹਦਾ ਜਿਹੜਾ ਯੂਜ਼ ਆ ਉਹ ਹੁੰਦਾ ਹੈਗਾ ਆ, ਅਤੇ ਫਿਜ਼ੀਕਲ ਕੁਆਂਟੀਟੀਜ਼ ਨੂੰ ਅਸੀਂ ਮੇਜਰ ਕਰਦੇ ਹਾਂ, ਜਿੱਦਾਂ ਕਿਲੋਜ਼, ਜਿੱਦਾਂ ਹੋ ਗਿਆ ਵੇਟ ਨੂੰ ਮੇਜਰ ਕਰ ਲਿਆ, ਵੋਲਟੇਜ ਨੂੰ ਮੇਜਰ ਕਰ ਲਿਆ, ਕਰੰਟ ਨੂੰ ਮੇਜਰ ਕਰ ਲਿਆ। ਠੀਕ ਹੈ, ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਜਿਹੜੇ ਟੈਂਪਰੇਚਰ ਸੈਂਸਰ ਹੈਗੇ ਆ, ਠੀਕ ਆ ਨਾ, ਜਿਹੜੇ ਹੀਟ ਸੈਂਸਰ ਹੈਗੇ, ਜਦੋਂ ਆਪਾਂ ਟੈਂਪਰੇਚਰ ਸੈਂਸ ਕਰਦੇ ਹਾਂ, ਬਹੁਤੀਆਂ ਦੁਕਾਨਾਂ ਨੇ ਉਹ ਹੈਂਡ ਸੈਂਸਰ ਰੱਖੇ ਹੋਏ ਆ। ਬਸ ਮਾੜਾ ਜਿਹਾ ਤੁਹਾਡੇ ਫੋਰਹੈੱਡ 'ਤੇ ਲਗਾਉਂਦੇ ਆ ਜਾਂ ਤੁਹਾਡੇ ਹੈਂਡ 'ਤੇ ਲਗਾਉਂਦੇ ਆ ਤਾਂ ਬੋਡੀ ਦਾ ਟੈਂਪਰੇਚਰ ਪਤਾ ਚੱਲ ਜਾਂਦਾ। ਠੀਕ ਹੈ, ਫਿਜ਼ੀਕਲ ਕੰਟੈਕਟ ਨਹੀਂ ਆਪਣਾ ਹੁੰਦਾ। ਠੀਕ ਹੈ ਜੀ, ਸੋ ਦੈਟ ਇਜ਼ ਆਲਸੋ ਐਨਾਲੌਗ ਕੰਪਿਊਟਰ। ਦੈਨ ਇਜ਼ ਡਿਜੀਟਲ ਕੰਪਿਊਟਰਸ। ਸੋ ਜਿਹੜੇ ਡਿਜੀਟਲ ਕੰਪਿਊਟਰਸ ਆ, ਇਹ ਨੋਰਮਲ ਕੰਪਿਊਟਰਸ ਆ ਗਏ ਜਿਹੜੇ ਆਪਾਂ ਤਕਰੀਬਨ ਸਾਰੇ ਜਣਿਆਂ ਨੇ ਮਤਲਬ ਦੇਖੇ ਹੈਗੇ, ਜਿਹੜੇ ਆਪਣੇ ਕੰਪਿਊਟਰ ਦੀ ਲੈਬਸ ਦੇ ਵਿੱਚ ਪਏ ਆ। ਠੀਕ ਆ, ਜਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਤੁਹਾਡੇ ਲੈਪਟਾਪਸ ਨੇ, ਦੀਜ਼ ਆਰ ਕਾਲਡ ਡਿਜੀਟਲ ਕੰਪਿਊਟਰਸ ਐਂਡ ਦੀਜ਼ ਵਰਕ ਵਿਦ ਦ ਡਿਸਕੰਟੀਨਿਊਸ ਡੇਟਾ, ਜਿਹੜਾ ਕਿ ਬਾਈਨਰੀ ਫਾਰਮ ਦੇ ਵਿੱਚ ਹੁੰਦਾ ਆ। ਕਿਹੜਾ ਹੁੰਦਾ ਬਾਈਨਰੀ ਫਾਰਮ ਦੇ ਵਿੱਚ? ਜਿਹੜਾ ਉਹ ਵਾਲਾ ਹੁੰਦਾ ਡੇਟਾ ਦੈਟ ਇਜ਼ ਇਨ ਦ ਫਾਰਮ ਆਫ 0 ਐਂਡ 1s। ਠੀਕ ਹੈ ਜੀ, ਦੈਨ all the operations are carried out on these digits at extremely fast rates। ਇਹਦੀ ਖਾਸੀਅਤ ਇਹ ਆ ਕਿ ਜਿਹੜੇ ਇਹ 0 ਐਂਡ 1 ਜਿਹੜੀਆਂ ਦੋ ਹੀ ਡਿਜਿਟਸ ਨਾਲ ਹੀ ਕੰਪਿਊਟਰ ਕੰਮ ਕਰਦਾ, ਇਹ 0 ਐਂਡ 1 ਤੇ ਜਿੰਨੇ ਵੀ ਆਪਰੇਸ਼ਨਸ ਕੈਰੀ ਹੁੰਦੇ ਆ, ਇਹ ਦੈਟ ਇਜ਼ ਕੈਰੀਡ ਆਊਟ ਐਟ ਵੈਰੀ ਵੈਰੀ ਫਾਸਟ ਰੇਟ। ਤੁਸੀਂ ਕੋਈ ਵੀ ਇੱਕ ਵੱਡੀ ਤੋਂ ਵੱਡੀ ਕੈਲਕੂਲੇਸ਼ਨ ਕੰਪਿਊਟਰ ਹੁੰਦੇ ਤਾਂ ਸਕਿੰਟਾਂ ਦੇ ਵਿੱਚ ਕਰਕੇ ਤੁਹਾਨੂੰ ਉਹ ਸਾਰੀ ਕੈਲਕੂਲੇਸ਼ਨ ਦੇ ਦਿੰਦਾ ਹੈਗਾ। ਈਵਨ ਮਾਈਕਰੋ ਸੈਕਿੰਡਸ ਦੇ ਵਿੱਚ ਤੁਹਾਨੂੰ ਆਨਸਰ ਮਿਲ ਜਾਂਦਾ ਹੈ। ਠੀਕ ਹੈ, ਇਹੀ ਇਹਨਾਂ ਨੇ ਇਹਦੇ ਵਿੱਚ ਦੱਸਿਆ ਕਿ ਡਿਜੀਟਲ ਕੰਪਿਊਟਰ ਜਿਹੜੇ ਆ ਉਹ ਜ਼ਿਆਦਾ ਫਾਸਟ ਹੁੰਦੇ ਆ, ਜਦ ਕਿ ਆਪਾਂ ਇਹਦੇ ਐਨਾਲੌਗ ਵਿੱਚ ਕਿਹਾ ਸੀਗਾ ਕਿ ਇਹਨਾਂ ਦੀ ਐਕੂਰੇਸੀ ਘੱਟ ਹੁੰਦੀ ਆ। ਠੀਕ ਹੈ, ਇਹਦੇ ਡਿਜੀਟਲ ਦੇ ਵਿੱਚ ਦੱਸ ਦਿੱਤਾ ਕਿ ਡਿਜੀਟਲ ਕੰਪਿਊਟਰ ਜਿਹੜੇ ਆ ਜ਼ਿਆਦਾ ਫਾਸਟ ਹੁੰਦੇ ਆ ਅਤੇ ਨਾਲ ਐਕੂਰੇਟ ਹੁੰਦੇ ਆ। ਠੀਕ ਹੈ ਜੀ, ਦੈਨ ਇਜ਼ these computer are used for business and scientific applications। ਠੀਕ ਹੈ, ਐਂਡ ਉਸ ਤੋਂ ਬਾਅਦ ਡਿਜੀਟਲ ਕੰਪਿਊਟਰਸ ਕਮ ਇਨ ਦਾ ਵੈਰਾਈਟੀ ਆਫ ਫਾਰਮਸ ਬੇਸਡ ਔਨ ਦੇਅਰ ਕੌਨਫੀਗਰੇਸ਼ਨ। ਹੁਣ ਬੇਟਾ ਕੌਨਫੀਗਰੇਸ਼ਨ ਦਾ ਮਤਲਬ ਇਹ ਹੈਗਾ ਆ, ਜਿੱਦਾਂ ਕਿ ਕਿਸੇ ਦੀ ਰੈਮ ਘੱਟ ਆ, ਕਿਸੇ ਦੀ ਵੱਧ ਆ, ਕਿਸੇ ਦੀ ਹਾਰਡ ਡਿਸਕ ਘੱਟ ਆ, ਕਿਸੇ ਦੀ ਵੱਧ ਆ, ਫਿਰ ਕਿਸੇ ਦੇ ਵਿੱਚ VGA ਕਾਰਡ ਲੱਗਿਆ ਹੋਇਆ, ਮਤਲਬ ਗ੍ਰਾਫਿਕਸ ਕਾਰਡ ਲੱਗਿਆ ਹੋਇਆ, ਕਈਆਂ 'ਚ ਨਹੀਂ ਲੱਗਿਆ ਹੁੰਦਾ। ਸੋ ਇਸ ਤਰ੍ਹਾਂ ਦੀ ਜਿਹੜੀ ਕਾਫੀ ਜਿਹੜੀਆਂ ਹਾਰਡਵੇਅਰ ਕਈਆਂ ਦਾ ਘੱਟ ਆ, ਕਿਸੇ ਦਾ ਵੱਧ ਆ, ਬਸ ਇਹੀ ਫਰਕ ਹੁੰਦਾ। ਮਤਲਬ ਕੌਨਫੀਗਰੇਸ਼ਨ ਦਾ ਇਹੀ ਮਤਲਬ ਆ। ਜਿੱਦਾਂ ਤੁਸੀਂ ਦੇਖਿਆ ਹੋਊਗਾ ਫੋਨ ਵੀ ਅੱਜ ਕੱਲ੍ਹ ਤੁਸੀਂ ਦੇਖੇ ਹੋਣੇ, ਕਿਸੇ ਦੀ 2 GB ਰੈਮ ਹੁੰਦੀ ਹੈ, 3 GB ਰੈਮ ਹੁੰਦੀ ਹੈ, 4 GB ਰੈਮ ਹੁੰਦੀ ਹੈ। ਸੋ ਦਿਸ ਇਜ਼ ਕਾਲਡ ਕੌਨਫੀਗਰੇਸ਼ਨ। ਠੀਕ ਹੈ, ਕਈਆਂ ਦੀ ਜਿਹੜੀ ਇਹਨਾਂ ਨੇ ਦੱਸਿਆ ਹੁੰਦਾ ਵੀ ਹਾਰਡ ਡਿਸਕ ਸਟੋਰੇਜ ਜਿਹੜੀ ਕੈਪੈਸਿਟੀ ਹੈਗੀ ਹੈ 32 GB ਆ, ਕਿਸੇ ਦੀ 64 GB ਆ। ਇਸ ਤਰ੍ਹਾਂ ਹੀ ਕੰਪਿਊਟਰ ਦੇ ਵਿੱਚ ਜਿਹੜੀ ਆਉਂਦੀ ਹੈਗੀ ਦੈਟ ਇਜ਼ ਅਰਾਊਂਡ 250 GBs। ਠੀਕ ਹੈ, ਉਸ ਤੋਂ ਉੱਪਰ ਫਿਰ ਆ ਜਾਂਦੀ 512 GB, ਫਿਰ 1 TB। ਇਸ ਤਰ੍ਹਾਂ ਦੀਆਂ ਜਿਹੜੀਆਂ ਹੈ ਇਹ ਕੌਨਫੀਗਰੇਸ਼ਨਸ ਹੁੰਦੀਆਂ ਨੇ, ਵੱਖਰੀਆਂ ਵੱਖਰੀਆਂ ਜਿਹੜੀਆਂ ਹਾਰਡਵੇਅਰ ਉਹਨਾਂ ਨੇ ਯੂਜ਼ ਕੀਤਾ ਆ, ਦੈਟ ਇਜ਼ ਕਾਲਡ ਕੌਨਫੀਗਰੇਸ਼ਨ। ਇਸ ਕੌਨਫੀਗਰੇਸ਼ਨ ਦੇ ਬੇਸ 'ਤੇ ਜਿਹੜੀਆਂ ਡਿਜੀਟਲ ਕੰਪਿਊਟਰ ਦੀਆਂ ਅੱਗੇ ਕਾਫੀ ਵੈਰਾਈਟੀਜ਼ ਆਉਂਦੀਆਂ, ਉਹ ਅੱਗੇ ਆਪਾਂ ਇਹਦੀਆਂ ਟਾਈਪਸ ਡਿਜੀਟਲ ਕੰਪਿਊਟਰ ਦੀਆਂ ਕਰਾਂਗੇ। ਥਰਡ ਟਾਈਪ ਜਿਹੜੀ ਆਪਰੇਸ਼ਨ ਵਾਈਜ਼ ਦੀ ਆਈ ਦੈਟ ਇਜ਼ ਕਾਲਡ ਹਾਈਬ੍ਰਿਡ ਕੰਪਿਊਟਰਸ। ਨਾ ਹਾਈਬ੍ਰਿਡ ਕੰਪਿਊਟਰਸ ਕੀ ਆ ਗਏ? ਦੋਨਾਂ ਹੀ ਤਰ੍ਹਾਂ ਦੇ ਜਿਹੜੇ ਐਨਾਲੌਗ ਕੰਪਿਊਟਰਸ ਆ ਅਤੇ ਡਿਜੀਟਲ ਕੰਪਿਊਟਰਸ ਆ, ਦੋਨਾਂ ਦੇ ਕੀ ਕਰ ਲਿਆ ਇਹਨਾਂ ਨੇ, ਬੈਸਟ ਕੁਆਲਿਟੀਜ਼ ਨੂੰ ਇਹਦੇ ਵਿੱਚ ਯੂਟੀਲਾਈਜ਼ ਕਰ ਲਿਆ। ਠੀਕ ਹੈ ਜੀ, ਇਨ ਦੀਜ਼ ਕੰਪਿਊਟਰਸ ਸਮ ਕੈਲਕੂਲੇਸ਼ਨਸ ਟੇਕ ਪਲੇਸ ਇਨ ਐਨਾਲੌਗ ਮੈਨਰ ਐਂਡ ਦੀ ਰੈਸਟ ਆਫ ਦੈਮ ਟੇਕ ਪਲੇਸ ਇਨ ਏ ਡਿਜੀਟਲ ਮੈਨਰ। ਠੀਕ ਹੈ, ਕੁਛ ਜਿਹੜੀਆਂ ਕੈਲਕੂਲੇਸ਼ਨਸ ਆ ਉਹ ਐਨਾਲੌਗ ਮੈਨਰ 'ਚ ਹੁੰਦੀਆਂ, ਮਤਲਬ ਕਿ ਜਿੱਦਾਂ ਇਹਨਾਂ ਨੇ ਫਿਜ਼ੀਕਲ ਕੁਆਂਟੀਟੀਜ਼ ਨੂੰ ਆਪਾਂ ਮੈਜਰ ਕਰ ਸਕਦੇ ਹਾਂ, ਅਤੇ ਕੁਛ ਜਿਹੜੀਆਂ ਕੈਲਕੂਲੇਸ਼ਨਸ ਆ ਉਹ ਡਿਜੀਟਲ ਮੈਨਰ ਨਾਲ ਹੁੰਦੀਆਂ, ਮਤਲਬ 0 ਐਂਡ 1 ਦੀ ਫਾਰਮ 'ਚ ਹੋ ਗਈਆਂ। ਸੋ ਦੀਜ਼ ਟਾਈਪ ਆਫ ਕੰਪਿਊਟਰਸ ਆਰ ਯੂਜ਼ਡ ਇਨ ਹੌਸਪੀਟਲਸ ਟੂ ਮੋਨੀਟਰ ਦਾ ਪੇਸ਼ੈਂਟ ਵਾਈਟਲ ਸਾਈਨਸ। ਤੁਸੀਂ ਅਗਰ ਕਿਸੇ ਨੇ ਹੌਸਪੀਟਲ ਵਿਜ਼ਿਟ ਕੀਤਾ ਹੋਏਗਾ, ਤੁਹਾਨੂੰ ਪਤਾ ਹੋਏਗਾ ਉੱਥੇ ਹਾਰਟ ਰੇਟ ਮੋਨੀਟਰ ਪਿਆ ਹੁੰਦਾ, BP ਦਾ ਮੋਨੀਟਰ ਪਿਆ ਹੁੰਦਾ। ਠੀਕ ਹੈ, ਉਹ ਸਾਰਾ ਕੀ ਹੈਗੇ ਆ, ਦੈਟ ਇਜ਼ ਦਾ ਐਗਜ਼ਾਮਪਲ ਆਫ ਹਾਈਬ੍ਰਿਡ ਕੰਪਿਊਟਰ, ਰਾਈਟ। ਸੋ ਉਹ ਸਾਰੀਆਂ ਐਪਲੀਕੇਸ਼ਨਸ ਇਹਦੀਆਂ ਹੈਗੀਆਂ। ਉਸ ਤੋਂ ਇਲਾਵਾ ਇਹਨੂੰ ਵੈਦਰ ਫੋਰਕਾਸਟਿੰਗ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ। ਸੋ ਸਟੂਡੈਂਟਸ, ਦੀਜ਼ ਵਰ ਦਾ 3 ਟਾਈਪਸ ਆਫ ਕੰਪਿਊਟਰ ਬੇਸਡ ਔਨ ਦਾ ਪ੍ਰਿੰਸੀਪਲ ਆਫ ਆਪਰੇਸ਼ਨ। ਠੀਕ ਹੈ, ਪ੍ਰਿੰਸੀਪਲ ਆਫ ਆਪਰੇਸ਼ਨ ਅਤੇ ਦੂਸਰਾ ਹੈ ਪਰਪਸ ਵਾਈਜ਼। ਦੋ ਤਰ੍ਹਾਂ ਦੀ ਜਿਹੜੀਆਂ ਇਹ ਆਪਾਂ ਟਾਈਪਸ ਕੀਤੀਆਂ ਹੈਗੀਆਂ। ਹੁਣ ਬੇਟਾ ਜਿਹੜੀ ਇਸ ਵਿੱਚ ਪ੍ਰਿੰਸੀਪਲ ਆਫ ਆਪਰੇਸ਼ਨ ਵਾਈਜ਼ ਦੀ ਸੈਕਿੰਡ ਟਾਈਪ ਸੀ ਡਿਜੀਟਲ ਕੰਪਿਊਟਰ, ਉਹਦੀਆਂ ਅੱਗੇ ਟਾਈਪਸ ਦੱਸੀਆਂ ਹੋਈਆਂ ਹੈਗੀਆਂ ਨੇ, ਐਂਡ ਦੇਅਰ ਆਰ 5 ਟਾਈਪਸ ਡਿਜੀਟਲ ਕੰਪਿਊਟਰਸ ਦੀਆਂ ਅੱਗੇ। ਇਹਨਾਂ ਨੂੰ ਕਿੱਦਾਂ ਡਿਫਰੈਂਸ਼ੀਏਟ ਕੀਤਾ ਇਹਨਾਂ ਨੇ? ਇਹਨਾਂ ਨੂੰ ਡਿਫਰੈਂਸ਼ੀਏਟ ਕੀਤਾ ਬੇਸਡ ਔਨ ਦਾ
ਬੇਸਡ ਔਨ देयर ਸਾਈਜ਼, ਸਪੀਡ ਐਂਡ ਕੈਪੇਬਿਲਿਟੀ। ਇਹ ਤਿੰਨ ਚੀਜ਼ਾਂ ਜਿਹੜੀਆਂ ਮਤਲਬ ਇਹਨਾਂ ਦੀ ਕੌਨਫੀਗਰੇਸ਼ਨ ਦੇ ਵਿੱਚ ਤਿੰਨ ਚੀਜ਼ਾਂ ਨੂੰ ਇਹਨਾਂ ਨੇ ਚੇਂਜ ਕੀਤਾ, ਦੈਟ ਇਜ਼ ਸਪੀਡ, ਸਾਈਜ਼ ਐਂਡ ਕੈਪੇਬਿਲਿਟੀ। ਠੀਕ ਹੈ, ਇਹਨਾਂ ਤਿੰਨਾਂ ਨੂੰ ਡਿਫਰੈਂਸ਼ੀਏਟ ਕਰਕੇ ਵੱਖਰੀਆਂ ਵੱਖਰੀਆਂ 5 ਕਿਸਮਾਂ ਦੀਆਂ ਬਣਾਈਆਂ ਨੇ। ਸੋ ਫਸਟ ਵਨ ਇਜ਼ ਐਮਬੈਡਡ ਕੰਪਿਊਟਰ। Embedded computer, what are these? These computers are in the form of tiny chips embedded in a circuitry of appliances such as television, washing machine and wristwatches। ਕਹਿਣ ਤੋਂ ਭਾਵ ਕਿ ਛੋਟੀਆਂ ਛੋਟੀਆਂ ਚਿਪਸ ਹੁੰਦੀਆਂ ਆ ਜਿਹੜੀਆਂ ਕਿ ਵੱਖਰੀਆਂ ਵੱਖਰੀਆਂ ਅਪਲਾਇੰਸਿਸ, ਇਲੈਕਟ੍ਰੀਕਲ ਅਪਲਾਇੰਸਿਸ ਦੇ ਵਿੱਚ ਲੱਗੀਆਂ ਹੁੰਦੀਆਂ, ਸੱਚ ਐਜ਼ ਟੀਵੀ ਦੇ ਵਿੱਚ ਵੀ ਤੁਸੀਂ ਅਗਰ ਕਿਸੇ ਨੇ ਦੇਖਿਆ ਹੋਊਗਾ ਤਾਂ ਉਹਦੇ ਵਿੱਚ ਗ੍ਰੀਨ ਕਲਰ ਦੀਆਂ ਬੇਟਾ ਚਿਪਸ ਲੱਗੀਆਂ ਹੁੰਦੀਆਂ ਨੇ। ਜਾਂ ਅਗਰ ਤੁਸੀਂ ਰਿਮੋਟ ਵੀ ਦੇਖੋਗੇ ਟੀਵੀ ਦਾ, ਕਈ ਵਾਰੀ ਆਪਣੇ ਤੋਂ ਟੁੱਟ ਜਾਂਦਾ ਨਾ ਤਾਂ ਉਹਦੇ ਵਿੱਚ ਤੁਸੀਂ ਦੇਖਿਓ ਤਾਂ ਗ੍ਰੀਨ ਕਲਰ ਦਾ ਪਿੱਛੇ ਉਹਦੇ ਬੋਰਡ ਲੱਗਿਆ ਹੁੰਦਾ। ਠੀਕ ਹੈ, ਉਹ ਕੀ ਹੁੰਦੀਆਂ, ਚਿਪਸ ਹੁੰਦੀਆਂ ਨੇ ਵੱਖਰੀਆਂ ਛੋਟੀਆਂ ਛੋਟੀਆਂ। ਸੋ ਇਹਨਾਂ ਦੇ ਵਿੱਚ ਵਾਸ਼ਿੰਗ ਮਸ਼ੀਨਸ ਦੇ ਵਿੱਚ ਜਾਂ ਰਿਸਟ ਵਾਚਿਸ ਦੇ ਵਿੱਚ, ਠੀਕ ਹੈ, ਇਹ ਸਾਰੀਆਂ ਟਾਈਨੀ ਚਿਪਸ ਲੱਗੀਆਂ ਹੁੰਦੀਆਂ, ਦੈਟ ਇਜ਼ ਕਾਲਡ ਐਮਬੈਡਡ ਕੰਪਿਊਟਰ। ਐਂਡ ਥੀਸ ਬੇਸਿਕਲੀ ਡੂ ਸਮ ਸਪੈਸੀਫਿਕ ਟਾਸਕ। ਠੀਕ ਹੈ, ਸੋ ਇਹ ਛੋਟਾ ਜਿਹਾ ਕੋਈ ਸਪੈਸੀਫਿਕ ਟਾਸਕ ਕਰਨ ਦੇ ਲਈ ਹੀ ਇਹਨਾਂ ਨੂੰ ਪ੍ਰੋਗਰਾਮ ਕੀਤਾ ਹੋਇਆ ਹੁੰਦਾ ਹੈਗਾ ਜੀ। ਠੀਕ ਹੈ ਜੀ। ਸੋ ਨੈਕਸਟ ਇਜ਼ ਮਾਈਕਰੋ ਕੰਪਿਊਟਰਸ, ਜਾਂ ਇਹਨਾਂ ਨੂੰ ਪਰਸਨਲ ਕੰਪਿਊਟਰਸ ਵੀ ਕਿਹਾ ਜਾਂਦਾ। ਸੋ ਮਾਈਕਰੋ ਕੰਪਿਊਟਰ ਇਜ਼ ਅ ਕੰਪਿਊਟਰ ਹੂਜ਼ CPU ਇਜ਼ ਅ ਮਾਈਕਰੋ ਪ੍ਰੋਸੈਸਰ। ਠੀਕ ਹੈ, ਜਿਹਦੇ ਵਿੱਚ ਜਿਹੜਾ CPU ਲੱਗਿਆ ਹੁੰਦਾ ਦੈਟ ਇਜ਼ ਮਾਈਕਰੋ ਪ੍ਰੋਸੈਸਰ। ਐਂਡ these are normally single ਮਾਈਕਰੋ ਪ੍ਰੋਸੈਸਰ ਐਂਡ ਸਿੰਗਲ ਯੂਜ਼ਰ ਸਿਸਟਮਸ। ਮਤਲਬ ਕਿ ਇੱਕ ਹੀ ਪ੍ਰੋਸੈਸਰ ਲੱਗਿਆ ਹੁੰਦਾ ਇਹਨਾਂ ਦੇ ਵਿੱਚ ਅਤੇ ਜ਼ਿਆਦਾਤਰ ਇੱਕ ਯੂਜ਼ਰ ਹੀ ਇਹਨਾਂ ਨੂੰ ਚਲਾ ਸਕਦਾ ਹੈਗਾ। ਠੀਕ ਹੈ ਜੀ। ਅਤੇ ਇਹ ਸਾਰੇ ਬੇਸਿਕ ਆਪਰੇਸ਼ਨਸ ਕਰਨ ਵਾਸਤੇ ਇਹਨਾਂ ਨੂੰ ਆਪਾਂ ਯੂਜ਼ ਕਰ ਸਕਦੇ ਹਾਂ, ਜਿੱਦਾਂ ਕਿ ਐਜੂਕੇਸ਼ਨਲ ਪਰਪਸ ਵਾਸਤੇ, ਟ੍ਰੇਨਿੰਗ ਵਾਸਤੇ, ਜਾਂ ਕੋਈ ਸਮੋਲ ਬਿਜ਼ਨਸ ਐਪਲੀਕੇਸ਼ਨ ਯੂਜ਼ ਕਰਨੀ ਹੋਵੇ, ਜਾਂ ਗੇਮਿੰਗ ਵਾਸਤੇ। ਇਸ ਤੋਂ ਇਲਾਵਾ ਵੀ ਕੁਛ ਹੋਰ ਆਪਸ਼ਨਸ ਜਿਹੜੀਆਂ ਹੁੰਦੀਆਂ ਨੇ, ਜਿਵੇਂ ਇਹਨਾਂ ਨੇ ਦੱਸਿਆ ਹੋਮ, ਆਫਿਸਿਸ, ਸਕੂਲਸ ਐਂਡ ਸੋ ਔਨ, ਰਾਈਟ। ਸੋ ਜਿਹੜੀਆਂ ਪਾਪੂਲਰ ਇਸ ਟਾਈਪ ਦੀ ਕੰਪਿਊਟਰਸ ਨੇ ਦੈਟ ਇਜ਼ IBM PC, ਐਪਲ ਮੈਕਨਟੋਸ਼, IBM PS2। ਇਹ PS2 ਜਿਹੜੇ ਸੀਗੇ ਗੇਮਿੰਗ ਕੰਸੋਲ ਸੀਗੇ। ਠੀਕ ਹੈ, ਗੇਮਸ ਖੇਡਦੇ ਸੀ ਬੱਚੇ ਇਹਨਾਂ 'ਤੇ। ਦੈਨ ਮਾਈਕਰੋ ਕੰਪਿਊਟਰਸ ਨੂੰ ਵੀ ਅੱਗੇ ਇਹਨਾਂ ਨੇ ਫਰਦਰ ਕਲਾਸੀਫਾਈ ਕੀਤਾ 4 ਟਾਈਪਸ ਦੇ ਵਿੱਚ। ਵਨ ਇਜ਼ ਮੋਬਾਈਲ ਜਾਂ ਹੈਂਡ ਹੈਲਡ ਕੰਪਿਊਟਰਸ। ਠੀਕ ਹੈ, ਇਹ ਤਾਂ ਬੇਟਾ ਤੁਹਾਡੇ ਕੋਲ ਸਾਰਿਆਂ ਕੋਲ ਹੈਗਾ ਹੀ ਆ। ਠੀਕ ਹੈ, ਮੋਬਾਈਲ, ਸਮਾਰਟਫੋਨਸ ਜਿਹੜੇ ਅੱਜ ਕੱਲ੍ਹ ਤੁਸੀਂ ਸਾਰੇ ਯੂਜ਼ ਕਰਦੇ ਹੀ ਹੋ, ਦੈਟ ਆਰ ਦਾ ਵਨ ਟਾਈਪ ਆਫ ਦਿਸ ਮਾਈਕਰੋ ਕੰਪਿਊਟਰਸ। ਦੈਨ ਇਜ਼ ਪੋਰਟੇਬਲ PCs। ਪੋਰਟੇਬਲ PCs ਮੀਨਸ ਜਿਨ੍ਹਾਂ ਨੂੰ ਤੁਸੀਂ ਆਪਣੇ ਬਰੀਫ ਕੇਸ ਦੇ ਵਿੱਚ ਜਾਂ ਪਰਸ ਦੇ ਵਿੱਚ ਜਾਂ ਪੋਕਟਸ ਦੇ ਵਿੱਚ ਪਾ ਕੇ ਲੈ ਕੇ ਜਾ ਸਕਦੇ ਆ, ਦੈਟ ਆਰ ਕਾਲਡ ਪੋਰਟੇਬਲ PCs। ਫੋਰ ਐਗਜ਼ਾਮਪਲ ਲੈਪਟਾਪਸ, ਨੋਟਬੁੱਕਸ, ਪਰਸਨਲ ਡਿਜੀਟਲ ਅਸਿਸਟੈਂਟਸ। ਠੀਕ ਆ, ਟੈਬਸ ਹੋ ਗਏ, ਇਹ ਸਾਰਾ ਕੁਛ। ਦੈਨ ਇਹ ਇਸ ਕਰਕੇ ਹੋਇਆ ਕਿਉਂਕਿ ਬੇਟਾ ਇਹ ਜਿਹੜੇ ਚਿਪਸ ਨੇ ਉਹ ਛੋਟੀਆਂ ਹੁੰਦੀਆਂ ਗਈਆਂ ਅਤੇ ਜਿਹੜੇ PCs ਸੀਗੇ ਉਹਨਾਂ ਦਾ ਸਾਈਜ਼ ਰਿਡਿਊਸ ਹੁੰਦਾ ਗਿਆ। ਠੀਕ ਹੈ। ਦੈਨ ਇਜ਼ ਡੈਸਕਟਾਪ PCs, ਜਿਹੜੇ ਬੇਟਾ ਆਪਾਂ ਟੇਬਲ 'ਤੇ ਮੋਨੀਟਰ ਪਿਆ ਹੁੰਦਾ ਅਤੇ CPU ਜਿਹੜਾ ਹੈਗਾ ਉਹ ਅਲੱਗ ਤੋਂ ਹੁੰਦਾ, ਉਹਨੂੰ ਆਪਾਂ ਡੈਸਕਟਾਪ PCs ਕਹਿੰਦੇ ਹਾਂ। ਥੀਸ ਕੰਪਿਊਟਰਸ ਕੈਨ ਫਿਟ ਔਨ ਏ ਟੋਪ ਆਫ ਦਾ ਡੈਕਸ। ਮਤਲਬ ਡੈਕਸ ਦੇ ਟੋਪ 'ਤੇ ਰੱਖਿਆ ਜਾ ਸਕਦਾ ਜਿਹੜੇ PC ਨੂੰ, ਉਹਨੂੰ ਡੈਸਕਟਾਪ PC ਕਿਹਾ ਜਾਂਦਾ ਹੈ। Based on their configuration, they can range from home computers to small business computers। ਠੀਕ ਹੈ, ਇਸ ਕਰਕੇ ਇਹਨਾਂ ਦੇ ਵਿੱਚ ਕਾਫੀ ਅੱਗੇ ਰੇਂਜ ਆਉਂਦੀ ਹੈ, ਵੈਰਾਈਟੀ ਆਉਂਦੀ ਹੈ, ਕੌਨਫੀਗਰੇਸ਼ਨ ਇਹਨਾਂ ਦੇ ਵਿੱਚ ਵੀ ਵੱਖਰੀ ਵੱਖਰੀ ਹੁੰਦੀ ਹੈ। ਇਸ ਕਰਕੇ ਇਹਨੂੰ ਕਿਸੇ ਸਮਾਲ ਬਿਜ਼ਨਸ ਤੋਂ ਲੈ ਕੇ ਘਰ ਦੇ ਯੂਜ਼ ਤੱਕ ਇਹਨੂੰ ਵਰਤਿਆ ਜਾ ਸਕਦਾ। ਦੈਨ ਇਜ਼ ਵਰਕ ਸਟੇਸ਼ਨ। ਨਾਓ ਥੀਸ ਵਰਕ ਸਟੇਸ਼ਨ ਜਿਹੜੇ ਹੈਗੇ ਬਟ ਥੀਸ ਆਰ ਸਿਮਿਲਰ ਟੂ ਡੈਸਕਟਾਪ PCs, ਬਟ ਇਹਨਾਂ ਦੀ ਪ੍ਰੋਸੈਸਿੰਗ ਕੈਪੈਸਿਟੀ ਜਿਹੜੀ ਹੈ ਜ਼ਿਆਦਾ ਹੁੰਦੀ ਹੈ, ਗ੍ਰੇਟਰ ਮੈਮਰੀ ਹੁੰਦੀ ਹੈ। ਠੀਕ ਹੈ, ਮੈਥੇਮੈਟੀਕਲ ਐਬਿਲਿਟੀਜ਼ ਇਹਦੀਆਂ ਜ਼ਿਆਦਾ ਹੁੰਦੀਆਂ ਨੇ, ਦੈਟਸ ਵਾਈ ਇਹਨੂੰ ਵਰਕ ਸਟੇਸ਼ਨ ਕਿਹਾ ਜਾਂਦਾ। ਔਰ ਜ਼ਿਆਦਾਤਰ ਇਹ ਜਿਹੜਾ ਹੈਗਾ ਸਾਇੰਟੀਫਿਕ ਜਾਂ ਇੰਡਸਟਰੀਅਲ ਜਾਂ ਬਿਜ਼ਨਸ ਇਨਵਾਇਰਮੈਂਟ ਵਾਸਤੇ ਹੀ ਆਪਾਂ ਯੂਜ਼ ਕਰਦੇ ਹਾਂ, ਜਿੱਥੇ ਸਾਨੂੰ ਬਹੁਤ ਹੀ ਜ਼ਿਆਦਾ ਹਾਈ ਕੰਪਿਊਟੇਸ਼ਨਲ ਐਬਿਲਿਟੀਜ਼ ਦੀ ਜ਼ਰੂਰਤ ਹੋਵੇ। ਮਤਲਬ ਕਿ ਜਿੱਥੇ ਸਾਨੂੰ ਬਹੁਤ ਹੀ ਜ਼ਿਆਦਾ ਹਾਈ ਲੈਵਲ ਆਫ ਕੋਈ ਕੰਪਿਊਟੇਸ਼ਨ ਕਰਾਉਣੀ ਹੋਵੇ, ਕੈਲਕੂਲੇਸ਼ਨ ਕਰਵਾਉਣੀ ਹੋਵੇ, ਰਾਈਟ। ਦੈਨ ਇਜ਼ ਥਰਡ ਇਜ਼ ਮਿਨੀ ਕੰਪਿਊਟਰਸ। ਨਾਓ ਮਿਨੀ ਕੰਪਿਊਟਰਸ ਆਰ ਬੇਸਿਕਲੀ ਦਾ ਮਿਡ ਰੇਂਜ ਸਰਵਰਸ। ਹੁਣ ਇਹ ਵਰਕ ਸਟੇਸ਼ਨ ਨਾਲੋਂ ਵੱਡਾ ਹੋਏਗਾ। ਠੀਕ ਆ, these are the more powerful computers than micro computers in terms of processing capability and power। ਠੀਕ ਆ, ਇਹਦੀ ਪ੍ਰੋਸੈਸਿੰਗ ਵੀ ਜ਼ਿਆਦਾ ਵੱਡੀ ਹੋਏਗੀ
ਠੀਕ ਹੈ, ਪ੍ਰੋਸੈਸਿੰਗ ਪਾਵਰ ਵੀ ਜ਼ਿਆਦਾ ਹੋਏਗੀ ਅਤੇ ਇਹਦੀ ਹੋਰ ਵੀ ਜਿੱਦਾਂ ਕਹਿ ਲਓ ਵੀ ਸਪੇਸ ਵੀ ਜ਼ਿਆਦਾ ਹੋਏਗੀ। ਠੀਕ ਹੈ, ਇਹਦੇ ਵਿੱਚ ਮਲਟੀ ਯੂਜ਼ਰ ਕਨਸੈਪਟ ਜਿਹੜਾ ਹੁੰਦਾ ਇਹ ਮਿਨੀ ਕੰਪਿਊਟਰ ਦੇ ਵਿੱਚ ਹੁੰਦਾ ਆ। ਮੀਨਸ ਇੱਕ ਯੂਜ਼ਰ ਤੋਂ ਜ਼ਿਆਦਾ ਲੋਕ ਇਹਨੂੰ ਐਟ ਏ ਟਾਈਮ ਚਲਾ ਸਕਦੇ ਆ, ਉੱਥੋਂ ਇਸਦਾ ਡਾਟਾ ਜਿਹੜਾ ਫੈਚ ਕੀਤਾ ਜਾ ਸਕਦਾ ਆ। ਠੀਕ ਹੈ ਜੀ, ਇਹਦੀਆਂ ਐਗਜ਼ਾਮਪਲਸ ਬੇਟਾ ਨੇ ਦੱਸੀਆਂ ਹੈਗੀਆਂ PDP-11 VAX, ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਹੈਗੀਆਂ ਨੇ। ਨੈਕਸਟ ਇਜ਼ ਮੇਨ ਫਰੇਮ ਕੰਪਿਊਟਰਸ। These are designed to handle huge volumes of data and information. These can support 100 users at the same time, मतलब एक टाइम ਤੇ 100 ਯੂਜ਼ਰਸ ਨੂੰ ਸਪੋਰਟ ਕਰ ਸਕਦੇ ਆ। ਠੀਕ ਹੈ ਜੀ, ਮੋਰ ਦੈਨ 100 ਯੂਜ਼ਰਸ। ਜਦ ਕਿ ਇਹਨਾਂ ਨੇ ਮਿਨੀ ਕੰਪਿਊਟਰਸ ਦੇ ਵਿੱਚ ਸਿਰਫ ਇੰਨਾ ਹੀ ਦੱਸਿਆ ਸੀਗਾ ਕਿ ਇਹ ਮੈਨੀ ਯੂਜ਼ਰਸ ਨੂੰ ਸਪੋਰਟ ਕਰਦਾ ਹੈ। ਠੀਕ ਹੈ, ਜਦ ਕਿ ਇਹਦੇ ਵਿੱਚ ਇਹਨਾਂ ਨੇ ਡਿਫਾਈਨ ਕਰਤਾ ਵੀ 100 ਯੂਜ਼ਰਸ ਤੋਂ ਜ਼ਿਆਦਾ ਜਿਹੜੇ ਆਪਾਂ ਇਹਦੇ ਵਿੱਚ ਐਟ ਏ ਟਾਈਮ ਇਹਨੂੰ ਯੂਜ਼ ਕਰ ਸਕਦੇ ਹਾਂ। ਦੀਜ਼ ਆਰ ਵੈਰੀ ਲਾਰਜ ਐਂਡ ਐਕਸਪੈਂਸਿਵ ਕੰਪਿਊਟਰਸ, ਬਹੁਤ ਜ਼ਿਆਦਾ ਵੱਡੇ ਹੁੰਦੇ ਆ ਅਤੇ ਬਹੁਤ ਜ਼ਿਆਦਾ ਮਹਿੰਗੇ ਵੀ ਹੁੰਦੇ ਆ, ਕਿਉਂਕਿ ਇਹਨਾਂ ਦੀ ਜਿਹੜੀ ਪ੍ਰੋਸੈਸਿੰਗ ਸਪੀਡ ਹੈਗੀ ਆ ਇਹ ਬਹੁਤ ਹੀ ਜ਼ਿਆਦਾ ਹੁੰਦੀ ਆ। ਸਟੋਰੇਜ ਕੈਪੈਸਿਟੀ ਜਿਹੜੀ ਆ ਬਹੁਤ ਹੀ ਜ਼ਿਆਦਾ ਵੱਡੀ ਹੁੰਦੀ ਆ। ਐਂਡ ਮੈਮਰੀ ਐਜ਼ ਕੰਪੇਅਰ ਟੂ ਦਾ storage capacity and memory as compared to the mini computers. Then these computers even possess and work with more than one processors at the same time, ਮਤਲਬ ਕਹਿਣ ਦਾ ਇਹ ਆ ਕਿ ਇੱਕ ਪ੍ਰੋਸੈਸਰ ਨਹੀਂ ਹੁੰਦਾ ਇਹਨਾਂ ਦੇ ਵਿੱਚ, ਇਹਨਾਂ 'ਚ ਮਲਟੀਪਲ ਪ੍ਰੋਸੈਸਰਸ ਹੁੰਦੇ ਆ। ਮਤਲਬ ਕਿ ਜਿੱਦਾਂ ਡੂਅਲ ਪ੍ਰੋਸੈਸਰ ਹੋ ਗਏ ਜਾਂ ਹੋ ਸਕਦਾ ਔਕਟਾ ਪ੍ਰੋਸੈਸਰਸ ਹੋਣ, ਇਸ ਤਰ੍ਹਾਂ ਦੇ ਪ੍ਰੋਸੈਸਰਸ ਇਹਨਾਂ ਦੇ ਵਿੱਚ ਲੱਗੇ ਹੋਏ ਹੁੰਦੇ ਆ। ਮਲਟੀਪਲ ਪ੍ਰੋਸੈਸਰਸ ਹੁੰਦੇ ਆ ਅਤੇ ਮਲਟੀ ਯੂਜ਼ਰ ਸਿਸਟਮ ਹੁੰਦਾ ਹੈਗਾ ਜੀ ਇਹ। ਦੈਨ ਇਜ਼ ਸੁਪਰ ਕੰਪਿਊਟਰਸ। ਬੇਟਾ ਇਹ ਜਿਹੜੇ ਹੁੰਦੇ ਮੋਸਟ ਪਾਵਰਫੁਲ ਡਿਜੀਟਲ ਕੰਪਿਊਟਰਸ ਨੇ, ਐਂਡ ਦੀਜ਼ ਕੰਸਿਸਟ ਆਫ ਸੈਵਰਲ ਪ੍ਰੋਸੈਸਰਸ। ਇਹਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰੋਸੈਸਰਸ ਹੁੰਦੇ ਆ ਰਨਿੰਗ ਐਟ ਦਾ ਸੇਮ ਟਾਈਮ, ਐਂਡ ਦੀਜ਼ ਹੈਵ ਇਮੈਂਸਲੀ ਫਾਸਟ ਐਂਡ ਦੀਜ਼ ਆਰ ਇਮੈਂਸਲੀ ਪਾਵਰਫੁਲ। ਠੀਕ ਹੈ, ਬਹੁਤ ਹੀ ਜ਼ਿਆਦਾ, ਸਭ ਤੋਂ ਜ਼ਿਆਦਾ ਕਹਿ ਲਓ ਜਿਹੜੇ ਦੁਨੀਆ ਦੇ ਵਿੱਚ ਫਾਸਟ ਅਤੇ ਪਾਵਰਫੁਲ ਕੰਪਿਊਟਰ ਹੁੰਦੇ ਆ, ਦੀਜ਼ ਆਰ ਕਾਲਡ ਸੁਪਰ ਕੰਪਿਊਟਰਸ। ਐਂਡ ਦੀਜ਼ ਆਰ ਏਬਲ ਟੂ ਹੈਂਡਲ ਹਿਊਜ ਅਮਾਊਂਟ ਆਫ ਕੈਲਕੂਲੇਸ਼ਨਸ ਬਿਯੋਂਡ ਦਾ ਹਿਊਮਨ ਕੈਪੇਬਿਲਿਟੀਜ਼। ਮਤਲਬ ਹਿਊਮਨ ਬੀਇੰਗ ਜਿਹੜਾ ਹੈਗਾ, ਇਨਸਾਨ ਆ ਜਿਹੜਾ, ਉਹ ਇਸ ਤਰ੍ਹਾਂ ਦੀ ਕੈਲਕੂਲੇਸ਼ਨ ਕਰ ਹੀ ਨਹੀਂ ਸਕਦਾ ਜਿੰਨੀ ਕੈਪੈਸਿਟੀ ਇਹਨਾਂ ਦੀ ਹੁੰਦੀ ਆ। ਦੈਨ ਦੀਜ਼ ਕੈਨ ਪਰਫੋਰਮ ਬਿਲੀਅਨਸ ਆਫ ਇੰਸਟਰਕਸ਼ਨਸ ਪਰ ਸੈਕਿੰਡ। ਠੀਕ ਹੈ, ਬਿਲੀਅਨਸ ਆਫ ਇੰਸਟਰਕਸ਼ਨਸ ਨੂੰ ਇੱਕ ਸੈਕਿੰਡ ਦੇ ਵਿੱਚ ਜਿਹੜਾ ਹੈ ਪ੍ਰੋਸੈਸ ਕੀਤਾ ਜਾ ਸਕਦਾ ਹੈਗਾ। ਅਤੇ ਜਿਹੜਾ ਅੱਜ ਦੀ ਡੇਟ ਦਾ ਬੇਟਾ ਜਿਹੜਾ ਸੁਪਰ ਕੰਪਿਊਟਰ ਹੈਗਾ ਆ, ਦੈਟ ਇਜ਼ ਇਕੁਅਲ ਟੂ 40,000 ਮਾਈਕਰੋ ਕੰਪਿਊਟਰਸ। ਠੀਕ ਹੈ, 40,000 ਮਾਈਕਰੋ ਕੰਪਿਊਟਰਸ ਨੂੰ ਇੱਕ ਮਤਲਬ ਇਕੱਠਿਆਂ ਕਰ ਦਈਏ ਅਤੇ ਇੱਕ ਸੁਪਰ ਕੰਪਿਊਟਰ ਬਣਦਾ। ਦੇਖ ਲਓ ਕਿੰਨਾ ਵੱਡਾ ਹੋਊਗਾ। ਅਤੇ ਦੈਨ ਇਜ਼ ਦੀਜ਼ ਆਰ ਮੇਨਲੀ ਯੂਜ਼ ਟੂ, ਕਿੱਥੇ ਯੂਜ਼ ਕਰਦੇ ਹਾਂ, ਵੈਦਰ ਫੋਰਕਾਸਟਿੰਗ ਲਈ, ਨਿਊਕਲੀਅਰ ਸਾਇੰਸ ਰਿਸਰਚ, ਐਰੋਡਾਇਨਮਿਕ ਮਾਡਲਿੰਗ, ਅਤੇ ਬਾਕੀ ਸੈਸੀਮੋਲੋਜੀ ਐਂਡ ਮੈਟਰੋਲੋਜੀ। ਠੀਕ ਆ, ਹੋਰ ਵੀ ਇਹਦੇ ਉਸ ਤੋਂ ਜ਼ਿਆਦਾ ਕੋਈ ਬੈਨੀਫਿਟਸ ਹੋਣਗੇ। ਠੀਕ ਹੈ ਜੀ, ਦਿਸ ਇਜ਼ ਦਾ ਚੈਪਟਰ ਨੰਬਰ 1। ਐਂਡ ਜਸਟ ਮੈਂ ਰਿਵੀਜ਼ਨ ਵਾਸਤੇ ਬੇਟੇ ਇਹ ਇੱਕ ਟਾਈਪਸ ਆਫ ਕੰਪਿਊਟਰ ਦੀ ਡਾਇਗਰਾਮ ਤੁਹਾਡੇ ਪੇਜ ਨੰਬਰ 14 'ਤੇ ਬਣੀ ਹੋਈ ਹੈਗੀ ਹੈ ਬੇਟਾ, ਇਹਨੂੰ ਧਿਆਨ ਨਾਲ ਦੇਖੀਏ। ਆਪਾਂ ਟਾਈਪਸ ਆਫ ਕੰਪਿਊਟਰਸ ਆਪਾਂ ਰਿਵੀਜ਼ਨ ਕਰ ਲੈਂਦੇ ਹਾਂ। ਟਾਈਪਸ ਆਫ ਕੰਪਿਊਟਰਸ ਦੋ ਤਰ੍ਹਾਂ ਦੇ ਟਾਈਪਸ ਦੱਸੇ ਆ, ਪਰਪਸ ਵਾਈਜ਼ ਐਂਡ ਪ੍ਰਿੰਸੀਪਲ ਆਫ ਓਪਰੇਸ਼ਨ। ਠੀਕ ਹੈ, ਇਹਦੇ ਵਾਈਜ਼ ਪਰਪਸ ਵਾਈਜ਼ ਦੀਆਂ ਦੋ ਟਾਈਪਸ ਦੱਸੀਆਂ ਨੇ, ਸਪੈਸ਼ਲ ਪਰਪਸ ਕੰਪਿਊਟਰ ਐਂਡ ਜਨਰਲ ਪਰਪਸ ਕੰਪਿਊਟਰਸ। ਇਸੇ ਤਰੀਕੇ ਨਾਲ ਪ੍ਰਿੰਸੀਪਲ ਆਫ ਓਪਰੇਸ਼ਨ ਵਾਈਜ਼ ਦੀਆਂ 3 ਟਾਈਪਸ ਦੱਸੀਆਂ ਨੇ, ਐਨਾਲੌਗ, ਡਿਜੀਟਲ ਐਂਡ ਹਾਈਬ੍ਰਿਡ। ਅੱਗੇ ਡਿਜੀਟਲ ਕੰਪਿਊਟਰਸ ਦੀਆਂ ਦੈਨ ਵੀ ਹੈਵ ਡਿਸਕਸਡ ਅਬਾਊਟ 5 ਟਾਈਪਸ, ਦੈਟ ਇਜ਼ ਇੰਬੈਡਡ ਕੰਪਿਊਟਰ, ਪਰਸਨਲ ਕੰਪਿਊਟਰਸ ਜਾਂ ਦੈਨ ਇਜ਼ ਮਿਨੀ ਕੰਪਿਊਟਰਸ, ਦੈਨ ਇਜ਼ ਮੇਨ ਫਰੇਮ ਕੰਪਿਊਟਰਸ ਐਂਡ ਸੁਪਰ ਕੰਪਿਊਟਰਸ। ਠੀਕ ਹੈ, ਇਹ ਜਿਹੜਾ ਸਾਰਾ ਚਾਰਟ ਜਿਹੜਾ ਤੁਹਾਨੂੰ ਬੇਟਾ ਦਿਖਾਇਆ ਗਿਆ ਬੇਟਾ। ਨਾਓ ਯੂ ਹੈਵ ਟੂ ਰੀਡ ਪੇਜ ਨੰਬਰ 12, 13 ਐਂਡ 14। ਥੈਂਕ ਯੂ ਵੈਰੀ ਮਚ।